ਸਰਦਾਰ ਨਰਿੰਦਰ ਸਿੰਘ ਕਪੂਰ ਦਾ ਲੇਖ ਹੈ ਚਿੰਤਾ ਦੇ ਪ੍ਰਸੰਗ ਵਿੱਚ। ਪੁਸਤਕ ਹੈ ਅੰਤਰਜਾਤ। ਤੁਸੀਂ ਜਿੱਥੇ ਵੀ ਬੈਠੇ ਹੋਏ ਹੋ ਉੱਥੇ ਬੈਠੇ ਰਹਿਣ ਵਾਸਤੇ ਵੀ ਤੁਹਾਨੂੰ ਬੜੀ ਤੇਜ਼ ਦੌੜ ਲਾਉਣੀ ਪਏਗੀ। ਇਹ ਚਿੰਤਾ ਦਾ ਯੁੱਗ ਹੈ। ਨਿਸ਼ਚਿੰਤ ਹੋ ਕੇ ਬੈਠਣਾ ਮਨਾ ਹੈ। ਪਹਿਲਾਂ ਜਦੋਂ ਲੋਕ ਪਰੇਸ਼ਾਨ ਹੁੰਦੇ ਸਨ ਤਾਂ ਘਰਾਂ ਵੱਲ ਮੁੜਦੇ ਸਨ। ਹੁਣ ਜਦੋਂ ਉਹ ਪਰੇਸ਼ਾਨ ਹੁੰਦੇ ਹਨ ਤਾਂ ਘਰੋਂ ਬਾਹਰ ਚਲੇ ਜਾਂਦੇ ਹਨ। ਚਿੰਤਾਵਾਂ ਵਿੱਚ ਘਿਰਿਆ ਹੋਇਆ ਵਿਅਕਤੀ ਜਦੋਂ ਪਰੇਸ਼ਾਨੀਆਂ ਦੀ ਭੀੜ ਵਿੱਚੋਂ ਲੰਘਦਾ ਹੋਇਆ ਘਰ ਦੀ ਦਹਿਲੀਜ਼ ਟੱਪਦਾ ਹੈ ਤਾਂ ਕਿਸੇ ਚੀਜ਼ ਦੇ ਖਰਾਬ ਹੋ ਜਾਣ, ਕਿਸੇ ਵਸਤ ਦੇ ਮੁੱਕ ਜਾਣ, ਕਿਸੇ ਦੇ ਲੜ ਪੈਣ ਆਦਿ ਦੀਆਂ ਸਮੱਸਿਆਵਾਂ ਉਹਦਾ ਰਾਹ ਮੱਲ ਲੈਂਦੀਆਂ ਹਨ। ਪਿਛਲੀ ਸਦੀ ਵਿੱਚ ਜਿਹੋ ਜਿਹਾ ਭੀੜ ਭੜੱਕਾ ਜੰਗ ਦੇ ਮੈਦਾਨ 'ਚ ਹੋਇਆ ਕਰਦਾ ਸੀ, ਉਹੋ ਜਿਹਾ ਤੇ ਕਈ ਵਾਰੀ ਉਸ ਨਾਲੋਂ ਵੀ ਵੱਧ ਅੱਜ ਕੱਲ੍ਹ ਹਰ ਸ਼ਹਿਰ ਦੇ ਵੱਡੇ ਬਾਜ਼ਾਰ ਵਿੱਚ ਸਹਿਜੇ ਵੇਖਿਆ ਜਾ ਸਕਦਾ ਹੈ। ਕਿਸੇ ਵੀ ਸ਼ਹਿਰ ਦੇ ਅੰਦਰਲੇ ਪਾਸੇ ਚਲੇ ਜਾਓ, ਨਿਰੰਤਰ ਯੁੱਧ ਹੋ ਰਿਹਾ ਪ੍ਰਤੀਤ ਹੋਏਗਾ। ਕਿਸੇ ਵੀ ਘਰ ਦੇ ਅੰਦਰ ਝਾਤ ਮਾਰ ਕੇ ਵੇਖੋ, ਖੋਹਾ ਖਾਈ ਅਤੇ ਆਪੋ ਤਾਪੀ ਦੀ ਕਾਹਲ ਵਿਖਾਈ ਦੇਗੀ। ਕਿਸੇ ਨਾਲ ਬੈਠ ਵੇਖੋ, ਹਰ ਕੋਈ ਆਪਣੀਆਂ ਚਿੰਤਾਵਾਂ ਦੀ ਵਰੀ ਤੇ ਪਰੇਸ਼ਾਨੀਆਂ ਦਾ ਦਾਜ ਤੁਹਾਡੇ ਸਾਹਮਣੇ ਖਿਲਾਰ ਦੇਗਾ। ਵਿਦਿਆ ਤੇ ਵਿਗਿਆਨ ਨੇ ਸਾਨੂੰ ਗਿਆਨ ਤਾਂ ਦਿੱਤਾ ਹੈ, ਪਰ ਸਾਡੇ ਤੋਂ ਮਨ ਦੀ ਸ਼ਾਂਤੀ ਖੋਹ ਲਈ ਹੈ। ਇਕੱਠਿਆਂ ਰਹਿਣ ਦੀ ਸਮਰੱਥਾ ਖੋਹ ਲਈ ਹੈ, ਪ੍ਰਸੰਨ ਹੋਣ ਦੀ ਸੰਭਾਵਨਾ ਖੋਹ ਲਈ ਹੈ। ਜਿਉਂ-ਜਿਉਂ ਮਨੁੱਖ ਦਾ ਗਿਆਨ ਵੱਧ ਰਿਹਾ ਹੈ, ਤਿਉਂ-ਤਿਉਂ ਉਸ ਦੀ ਅਗਿਆਨਤਾ ਪ੍ਰਤੀ ਸੋਝੀ ਤੇ ਚਿੰਤਾ ਵੀ ਵੱਧ ਰਹੀ ਹੈ। ਗਿਆਨਵਾਨ ਮਨੁੱਖ ਹੁਣ ਸਾਊ ਤੇ ਸਰਲ ਬਣਨ ਦੇ ਤਰਲੇ ਲੈ ਰਿਹਾ ਹੈ। ਪਿੱਛੇ ਮੁੜਨਾ ਹੁਣ ਸੰਭਵ। ਆਧੁਨਿਕ ਸੰਸਾਰ ਵਿੱਚ ਅਗਿਆਨੀ ਹੋਣਾ ਅਸੰਭਵ ਹੈ। ਅਜੋਕੇ ਜੀਵਨ ਵਿੱਚ ਚਿੰਤਾ ਤੋਂ ਮੁਕਤ ਹੋਣਾ ਵੀ ਅਸੰਭਵ ਹੈ। ਗਿਆਨ ਤੇ ਚਿੰਤਾ ਇੱਕ ਹੀ ਤਸਵੀਰ ਦੀ ਸਿੱਧ ਪੁੱਟ ਹਨ। ਜੇ ਅਸੀਂ ਚਿੰਤਾ ਨਾ ਕਰੀਏ ਤਾਂ ਸਾਨੂੰ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ। ਚਿੰਤਾ ਕਰਨਾ ਮਨ ਦਾ ਹਰਮਨ ਪਿਆਰਾ ਰੁਝੇਵਾਂ ਹੈ। ਜਿੰਨਾ ਚਿਰ ਅਸੀਂ ਜਿਉਂਦੇ ਰਹਿੰਦੇ ਹਾਂ, ਅਸੀਂ ਕਿਸੇ ਨਾ ਕਿਸੇ ਚਿੰਤਾ ਦੀ ਪਕੜ ਵਿੱਚ ਰਹਿੰਦੇ ਹਾਂ। ਚਿੰਤਾ ਕਾਰਨ ਹੀ ਅਸੀਂ ਸੁੱਖ ਦੀ ਇੱਛਾ ਕਰਦੇ ਹਾਂ। ਅਜੋਕੇ ਯੁੱਗ ਦੇ ਕਿਸੇ ਵੀ ਮਨੁੱਖ ਕੋਲ ਇੰਨਾ ਗਿਆਨ ਤੇ ਇੰਨੇ ਸਾਧਨ ਨਹੀਂ ਹਨ ਕਿ ਉਹ ਨਿਸ਼ਚਿੰਤ ਹੋ ਸਕੇ। ਜੇ ਕਿਸੇ ਚੀਜ਼ ਜਾਂ ਸਥਿਤੀ ਦੀ ਵਿਰੋਧੀ ਧਿਰ ਨਾ ਹੋਵੇ ਤਾਂ ਉਹਦਾ ਮਹੱਤਵ ਨਹੀਂ ਬਣਦਾ। ਕਾਲੀ ਤਸਵੀਰ ਸਫੈਦ ਪਿੱਠ ਭੂਮੀ ਵਿੱਚ ਹੀ ਸੰਭਵ ਹੈ। ਸੂਰਜ ਦਾ ਮਹੱਤਵ ਰਾਤ ਦੇ ਹਨੇਰੇ ਕਾਰਨ ਹੈ। ਸੱਚਾਈ ਦਾ ਮਹੱਤਵ ਇਸ ਕਾਰਨ ਹੈ ਕਿ ਇਸ ਦੇ ਆਲੇ ਦੁਆਲੇ ਝੂਠ ਦਾ ਪਸਾਰਾ ਹੈ। ਇਮਾਨਦਾਰੀ ਇਸ ਲਈ ਦੁਰਲੱਭ ਹੈ ਕਿਉਂਕਿ ਸਾਡਾ ਯੁੱਗ ਬੇਈਮਾਨੀ ਦਾ ਹੈ। ਮਨ ਸਦਾ ਪੁਰਾਣੀਆਂ ਲੀਹਾਂ 'ਤੇ ਚੱਲਣਾ ਚਾਹੁੰਦਾ ਹੈ। ਸੱਚ ਸਦਾ ਨਵਾਂ ਹੁੰਦਾ ਹੈ। ਸੱਚ ਚਿੰਤਾ ਉਪਜਾਉਂਦਾ ਹੈ। ਸਾਨੂੰ ਝੂਠ ਸੁਣਨ ਦੀ ਆਦਤ ਪੈ ਚੁੱਕੀ ਹੁੰਦੀ ਹੈ ਕਿ ਸੱਚ ਸੁਣ ਕੇ ਅਸੀਂ ਘਬਰਾ ਜਾਂਦੇ ਹਾਂ। ਜਦੋਂ ਕਿਸੇ ਰਿਸ਼ਤੇ ਲਈ ਹਾਂ ਕੀਤੀ ਜਾ ਰਹੀ ਹੁੰਦੀ ਹੈ, ਉੱਥੇ ਧੁਰ ਅੰਦਰੋਂ ਕਿਧਰੇ ਨਾ ਵੀ ਕਹੀ ਜਾ ਰਹੀ ਹੁੰਦੀ ਹੈ। ਜਦੋਂ ਕਿਸੇ ਨੂੰ ਵਧਾਈ ਦਿੱਤੀ ਜਾ ਰਹੀ ਹੁੰਦੀ ਹੈ, ਉੱਥੇ ਮਨ ਦੀ ਕਿਸੇ ਛੁਪੀ ਪਰਤ ਵਿੱਚੋਂ ਈਰਖਾ ਵੀ ਉੱਠ ਰਹੀ ਹੁੰਦੀ ਹੈ। ਮਨ ਦੁਚਿੱਤੀਆਂ ਦਾ ਅਖਾੜਾ ਹੈ, ਜਦੋਂ ਕਿ ਦਿਲ ਸਾਫ਼, ਸਰਲ, ਸਾਦੇ, ਸਾਊ, ਸਹਿਯੋਗੀ ਤੇ ਸਪਸ਼ਟ ਵਰਤਾਰੇ ਲਈ ਤੰਗਦਾ ਹੈ। ਚਲਾਕ ਲੋਕ ਸਾਊ ਵਿਅਕਤੀਆਂ ਦੇ ਮੁਕਾਬਲੇ ਵਧੇਰੇ ਚਿੰਤਾ ਕਰਦੇ ਹਨ ਤੇ ਵਧੇਰੇ ਚਿੰਤਾ ਉਪਜਾਉਂਦੇ ਹਨ। ਪੁਰਸ਼ਾਂ ਦੀਆਂ ਚਿੰਤਾਵਾਂ ਆਮ ਕਰਕੇ ਆਰਥਿਕ ਖੇਤਰਾਂ ਨਾਲ ਸੰਬੰਧਿਤ ਹੁੰਦੀਆਂ ਹਨ। ਹਰ ਕਿਸੇ ਨੂੰ ਆਪਣੀਆਂ ਚਿੰਤਾਵਾਂ ਨਾਲ ਇੱਕ ਪ੍ਰਕਾਰ ਦਾ ਮੋਹ ਪੈ ਜਾਂਦਾ ਹੈ, ਆਦਤ ਪੈ ਜਾਂਦੀ ਹੈ ਤੇ ਅਸੀਂ ਉਸ ਆਦਤ ਵਾਸੀ ਚਿੰਤਾ ਕਰਦੇ ਰਹਿੰਦੇ ਹਾਂ। ਚਿੰਤਾ ਕਰਨ ਵਾਂਗ ਚਲਾਕੀ ਕਰਨਾ ਵੀ ਮਨ ਦੀ ਮਜਬੂਰੀ ਹੈ। ਚਲਾਕ ਲੋਕ ਨਹੀਂ ਬਦਲਦੇ ਕੇਵਲ ਸਰਲ ਸੁਭਾਅ ਵਾਲੇ ਹਨ। ਜੇ ਚਲਾਕ ਵਿਅਕਤੀ ਨੂੰ ਕੁਝ ਕਰਨ ਤੋਂ ਰੋਕਿਆ ਜਾਵੇ ਤਾਂ ਉਹੀ ਕੁਝ ਕਰਨ ਲਈ ਉਹ ਕੋਈ ਹੋਰ ਢੰਗ ਅਪਣਾ ਲਏਗਾ। ਚਿੰਤਾ ਦੀਆਂ ਅਨੇਕਾਂ ਕਿਸਮਾਂ ਤੇ ਕਾਰਨ ਹਨ। ਜਿਹੜਾ ਪੁਰਸ਼ ਇੱਕੋ ਵੇਲੇ 2 ਇਸਤਰੀਆਂ ਨਾਲ ਪਿਆਰ ਕਰਦਾ ਹੈ, ਉਹ ਪਿਆਰ ਘੱਟ ਤੇ ਬੇਈਮਾਨੀ ਵਧੇਰੇ ਕਰਦਾ ਹੈ। ਬੇਈਮਾਨ ਵਿਅਕਤੀ ਸਭ ਤੋਂ ਪਹਿਲਾਂ ਆਪਣੀ ਪਤਨੀ ਨਾਲ ਹੀ ਬੇਈਮਾਨੀ ਕਰਦਾ ਹੈ। ਚਲਾਕੀ ਵੀ ਸਭ ਤੋਂ ਪਹਿਲਾਂ ਉਸ ਨਾਲ ਕੀਤੀ ਜਾਂਦੀ ਹੈ ਜਿਹੜਾ ਸਾਨੂੰ ਨਿਰਛਲ ਸਮਝਦਾ ਹੈ। ਬੇਈਮਾਨੀ, ਚਲਾਕੀ, ਝੂਠ, ਫਰੇਬ ਆਦਿ ਜੀਵਨ ਦੇ ਸੁਰ ਤਾਲ ਨੂੰ ਵਿਗਾੜ ਦਿੰਦੇ ਹਨ ਤੇ ਜੀਵਨ ਦੀ ਵਿਗੜੀ ਹੋਈ ਸੁਰ ਤਾਲ ਚਿੰਤਾਵਾਂ ਨੂੰ ਜਨਮ ਦਿੰਦੀ ਹੈ। ਜਿਸ ਨੇ ਵੀ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਨਹੀਂ ਜੀਵੀ ਹੁੰਦੀ, ਉਹ ਉਮਰ ਦੇ ਵਧਣ ਨਾਲ ਰਿਸ਼ੀ ਹੋਣ ਦੀ ਥਾਂ ਆਯਾਸ਼ ਹੋ ਜਾਂਦਾ ਹੈ। ਆਯਾਸ਼ ਲੋਕ ਸਮਾਜ ਵਿੱਚ ਅਸ਼ਾਂਤੀ ਫੈਲਾਉਂਦੇ ਹਨ
ਅਤੇ ਅਸ਼ਾਂਤੀ ਚਿੰਤਾਵਾਂ ਦਾ ਪ੍ਰਮੁੱਖ ਸਰੋਤ ਹੈ। ਜਿੰਨਾ ਕੋਈ ਵਧੇਰੇ ਬੇਲੋੜਾ ਹੁੰਦਾ ਹੈ, ਓਨਾ ਹੀ ਉਹ ਵਧੇਰੇ ਸ਼ੋਰ ਕਰਦਾ ਹੈ। ਜਿੰਨਾ ਕੋਈ ਵਧੇਰੇ ਨਿਕੰਮਾ ਹੁੰਦਾ ਹੈ, ਓਨੀਆਂ ਹੀ ਵਧੇਰੇ ਪਰੇਸ਼ਾਨੀਆਂ ਉਪਜਾਉਂਦਾ ਹੈ। ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸੰਤੁਸ਼ਟ ਨਹੀਂ ਹੁੰਦੇ, ਇਸੇ ਲਈ ਅਸੀਂ ਦੋਸਤ ਸਹੇਲੀਆਂ ਬਣਾਉਂਦੇ ਹਾਂ। ਅਸੀਂ ਆਪਣੇ ਖਾਲੀ, ਵੀਰਾਨ ਤੇ ਉਦਾਸ ਦਿਲ ਨੂੰ ਆਬਾਦ ਕਰਨ ਲਈ ਹੀ ਕਿਸੇ ਨੂੰ ਪਿਆਰ ਕਰਦੇ ਹਾਂ, ਪਰ ਪਿਆਰ ਦੀਆਂ ਆਪਣੀਆਂ ਚਿੰਤਾਵਾਂ ਹਨ। ਸੁਖੀ ਹੋਣ ਵਾਸਤੇ ਸਾਨੂੰ ਦੋਸਤਾਂ ਤੇ ਦੁਸ਼ਮਣਾਂ ਦੋਹਾਂ ਦੀ ਲੋੜ ਹੁੰਦੀ ਹੈ। ਜੀਵਨ ਦੀਆਂ ਚਿੰਤਾਵਾਂ ਕਾਰਨ ਅਸੀਂ ਆਪਣੀਆਂ ਅਸਫਲਤਾਵਾਂ ਦਾ ਦੋਸ਼ ਆਪਣੇ ਵਿਰੋਧੀਆਂ ਜਾਂ ਦੁਸ਼ਮਣਾਂ ਦੇ ਸਿਰ ਮੜ੍ਹਨਾ ਹੁੰਦਾ ਹੈ, ਤੇ ਆਪਣੀਆਂ ਸਫਲਤਾਵਾਂ ਦੀ ਪੁਸ਼ਟੀ ਲਈ ਸਾਨੂੰ ਦੋਸਤਾਂ ਦੀ ਲੋੜ ਪੈਂਦੀ ਹੈ। ਦੁਖੀ ਹੋਣ ਵਾਸਤੇ ਵੀ ਸਾਨੂੰ ਦੁਸ਼ਮਣਾਂ ਤੇ ਦੋਸਤਾਂ ਦੀ ਲੋੜ ਪੈਂਦੀ ਹੈ। ਦੁਸ਼ਮਣ ਸਾਡੀ ਨਿੰਦਾ ਕਰਦੇ ਹਨ ਤੇ ਦੋਸਤ ਸਾਨੂੰ ਉਸ ਨਿੰਦਾ ਦੀ ਸੂਚਨਾ ਦਿੰਦੇ ਹਨ। ਸਾਰੇ ਰਿਸ਼ਤੇ ਆਪਣੀ ਆਪਣੀ ਪ੍ਰਕਾਰ ਦਾ ਸੁੱਖ ਤੇ ਦੁੱਖ ਦਿੰਦੇ ਹਨ। ਸਾਰੇ ਰਿਸ਼ਤੇ ਆਪਣੀ ਆਪਣੀ ਕਿਸਮ ਦੀ ਚਿੰਤਾ ਪੁਜਾਉਂਦੇ ਹਨ ਤੇ ਚਿੰਤਾ ਦੂਰ ਵੀ ਕਰਦੇ ਹਨ। ਜੀਵਨ ਦਾ ਸੱਚ ਇਹ ਹੈ, ਜਿੰਨਾ ਮੰਨਣਾ ਚਾਹੋ ਮੰਨ ਲੈਣਾ। ਚਿੰਤਾ ਜੀਵਨ ਦਾ ਬੁਨਿਆਦੀ ਅੰਗ ਹੈ। ਚਿੰਤਾ ਕਰਨ 'ਚ ਕੋਈ ਹਰਜ਼ ਨਹੀਂ, ਪਰ ਇੱਕੋ ਚਿੰਤਾ ਨਾਲ ਚਿੰਬੜੇ ਰਹਿਣਾ ਚਿੰਤਾ ਵਾਲੀ ਗੱਲ ਹੈ। ਹਾਰ ਜਾਣ ਵਿੱਚ ਜਾਂ ਸਫਲ ਹੋਣ ਵਿੱਚ ਜਾਂ ਭਟਕ ਜਾਣ ਵਿੱਚ ਵੀ ਕੋਈ ਹਰਜ਼ ਨਹੀਂ, ਪਰ ਮੁੜ ਹਾਰਨ ਵਿੱਚੋਂ ਚਿੰਤਾ ਉਪਜੇਗੀ। ਅਸਫਲ ਹੋਵੋ, ਪਰ ਅਗਲੀ ਅਸਫਲਤਾ ਦੀ ਪੱਧਰ ਪਹਿਲੀ ਅਸਫਲਤਾ ਨਾਲੋਂ ਚੰਗੇਰੀ ਤੇ ਉਚੇਰੀ ਹੋਣੀ ਚਾਹੀਦੀ ਹੈ। ਭਟਕ ਜਾਓਗੇ ਤਾਂ ਤਜਰਬਾ ਤਾਂ ਮਿਲੇਗਾ ਹੀ। ਕਈ ਤਜਰਬੇ ਭਟਕ ਜਾਣ ਨਾਲ ਹੀ ਮਿਲਦੇ ਹਨ, ਪਰ ਖਿਆਲ ਰੱਖਣਾ ਇੱਕ ਹੀ ਰਾਹ ਉੱਤੇ ਮੁੜ ਨਾ ਭਟਕਣਾ। ਇਹ ਚਿੰਤਾ ਵਾਲੀ ਗੱਲ ਹੈ ਕਿ ਕਈ ਪ੍ਰੇਮੀਆਂ ਦੇ ਵਿਆਹ ਹੋ ਜਾਂਦੇ ਹਨ। ਜਿਹੜੇ ਪ੍ਰੇਮੀ ਇੱਕ ਦੂਜੇ ਦੇ ਸਾਥ ਵਿੱਚ ਉੱਡਦੇ ਫਿਰਦੇ ਸਨ, ਵਿਆਹ ਹੋ ਜਾਣ ਉਪਰੰਤ ਉਹ ਇੱਕ ਦੂਜੇ ਨੂੰ ਘਸੀਟਦੇ ਹਨ। ਸਾਨੂੰ ਘਸੀਟਣ ਵਾਲੇ ਸਾਡੀ ਮਰਜ਼ੀ ਨਹੀਂ ਪੁੱਛਦੇ। ਮੁੱਢ ਵਿੱਚ ਸਾਡੀ ਇੱਛਾ ਪਿਆਰ ਕਰਨ ਦੀ ਹੁੰਦੀ ਹੈ, ਪਰ ਅਸੀਂ ਲਾਲਚ ਵਸ ਵਿਆਹ ਲਈ ਤਰਸਣ ਲੱਗ ਪੈਂਦੇ ਹਾਂ। ਲਾਲਚ ਕਿਸੇ ਵੀ ਪ੍ਰਕਾਰ ਦਾ ਹੋਵੇ, ਉਹ ਚਿੰਤਾ ਨੂੰ ਜਨਮ ਦਿੰਦਾ ਹੈ। ਅਸੀਂ ਹੋਰ ਪਿਆਰ ਦੀ ਇੱਛਾ ਕਰਦੇ ਕਰਦੇ ਪਿਆਰ ਦੇ ਖੇਤਰ ਤੋਂ ਹੀ ਬਾਹਰ ਹੋ ਜਾਂਦੇ ਹਾਂ ਤੇ ਚਿੰਤਾ ਸਹੇੜ ਲੈਂਦੇ ਹਾਂ। ਕੋਈ ਮਨੁੱਖ ਮੁਸ਼ਕਿਲ ਵਿੱਚ, ਚਿੰਤਾ ਅਤੇ ਮੁਸੀਬਤ ਵਿੱਚ ਕਿੰਨਾ ਕੁ ਧੱਸ ਸਕਦਾ ਹੈ? ਕੋਈ ਮਨੁੱਖ ਜੰਗਲ ਵਿੱਚ ਵੱਧ ਤੋਂ ਵੱਧ ਕਿੰਨੀ ਦੂਰ ਤੱਕ ਜਾ ਸਕਦਾ ਹੈ? ਵੱਧ ਤੋਂ ਵੱਧ ਉਹ ਅੱਧ ਤੱਕ ਜਾ ਸਕਦਾ ਹੈ। ਰਾਤ ਵੱਧ ਤੋਂ ਵੱਧ ਅੱਧ ਤੱਕ ਵੱਧ ਸਕਦੀ ਹੈ। ਅੱਧ ਉਪਰੰਤ ਜੰਗਲ ਵਾਂਗ ਰਾਤ ਵੀ ਘਟਣ ਲੱਗ ਪੈਂਦੀ ਹੈ। ਜੰਗਲ ਵਿੱਚ ਜੇ ਮਨੁੱਖ ਅੱਧ ਉਪਰੰਤ ਵੀ ਚੱਲਦਾ ਜਾਏ ਤਾਂ ਉਹ ਜੰਗਲ ਤੋਂ ਪਾਰ ਨਿਕਲ ਜਾਏਗਾ। ਅਸੀਂ ਆਪ ਮੁਹਾਰੇ ਮੁਸ਼ਕਿਲਾਂ ਤੇ ਮੁਸੀਬਤਾਂ ਤੇ ਚਿੰਤਾਵਾਂ ਵਿੱਚ ਅੱਧ ਵਿੱਚ ਪਹੁੰਚਣ ਤੋਂ ਮਗਰੋਂ ਬਾਹਰ ਨਿਕਲਣ ਲੱਗ ਪੈਂਦੇ ਹਾਂ। ਵੀਰਵਾਰ ਤੋਂ ਅਸੀਂ ਆਉਣ ਵਾਲੇ ਐਤਵਾਰ ਦੇ ਸੰਦਰਭ ਵਿੱਚ ਸੋਚਣ ਲੱਗ ਪੈਂਦੇ ਹਾਂ। ਮਹੀਨੇ ਦਾ ਅੱਧ ਲੰਘਣ ਉੱਤੇ ਅਗਲਾ ਮਹੀਨਾ ਨੇੜੇ ਪ੍ਰਤੀਤ ਹੋਣ ਲੱਗ ਪੈਂਦਾ ਹੈ। ਅੱਧ ਦਾ ਇਹ ਨੇਮ ਜੀਵਨ ਦੇ ਹਰ ਵਰਤਾਰੇ ਉੱਤੇ ਲਾਗੂ ਹੁੰਦਾ ਹੈ। ਸਾਡੀਆਂ ਲਗਭਗ ਸਾਰੀਆਂ ਚਿੰਤਾਵਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਜੋ ਕੁਝ ਸਾਡੇ ਕੋਲ ਹੁੰਦਾ ਹੈ, ਉਸ ਨਾਲ ਪ੍ਰਸੰਨ ਹੋਣ ਦੀ ਥਾਂ ਅਸੀਂ ਦੂਰ ਦੁਰਾਡੀਆਂ ਚੀਜ਼ਾਂ ਲਈ ਤਾਂਘਣ ਲੱਗ ਪੈਂਦੇ ਹਾਂ। ਅਸੀਂ ਹੱਥ ਵਿਚਲੇ ਅਵਸਰਾਂ ਦੀ ਪਰਵਾਹ ਨਹੀਂ ਕਰਦੇ ਤੇ ਉੱਚੇ ਉੱਚੇ ਅਪਹੁੰਚ ਉਦੇਸ਼ ਮਿੱਥ ਲੈਂਦੇ ਹਾਂ। ਅਸੀਂ ਜੀਵਨ ਨੂੰ ਮਾਪਦੇ ਸਾਲਾਂ ਵਿੱਚ ਹਾਂ, ਪਰ ਜਿਉਂਦੇ ਦਿਨਾਂ ਵਿੱਚ ਹਾਂ। ਸੰਸਾਰ ਦੀ ਕੋਈ ਘਟਨਾ ਲੈ ਲਵੋ, ਤੁਸੀਂ ਵੇਖੋਗੇ ਕਿ ਉਹ ਕਿਸੇ ਇੱਕ ਦਿਨ ਵਿੱਚ ਹੀ ਵਾਪਰੀ ਹੁੰਦੀ ਹੈ। ਬੁੱਧ ਨੇ ਯਤਨ ਕਈ ਵਰ੍ਹੇ ਕੀਤੇ, ਪਰ ਜਦੋਂ ਗਿਆਨ ਪ੍ਰਾਪਤ ਹੋਇਆ ਤਾਂ ਇੱਕ ਦਿਨ ਵਿੱਚ ਹੀ ਹੋਇਆ। ਆਪਣੇ ਦੇਸ਼ ਦੀਆਂ ਪ੍ਰਮੁੱਖ ਘਟਨਾਵਾਂ ਅਸੀਂ ਕਿਸੇ ਨਾ ਕਿਸੇ ਦਿਨ ਨਾਲ ਜੋੜ ਕੇ ਯਾਦ ਕਰਦੇ ਹਾਂ। ਸੋ ਸਪਤਾਹ, ਮਹੀਨਾ ਜਾਂ ਸਾਲ ਮਹੱਤਵਪੂਰਨ ਨਹੀਂ, ਮਹੱਤਵਪੂਰਨ ਦਿਨ ਹੈ। ਬੀਤ ਗਏ ਕੱਲ੍ਹ ਤੇ ਲੰਘ ਗਈ ਸਦੀ ਵਿੱਚ ਕੋਈ ਅੰਤਰ ਨਹੀਂ। ਭਵਿੱਖ ਸਾਡੇ ਕੋਲ ਨਹੀਂ, ਸਾਡੇ ਕੋਲ ਕੇਵਲ ਅੱਜ ਦਾ ਦਿਨ ਹੈ। ਬਾਕੀ ਦੇ ਰਹਿੰਦੇ ਜੀਵਨ ਲਈ ਅੱਜ ਪਹਿਲਾ ਦਿਨ ਹੈ। ਅੱਜ ਦੇ ਦਿਨਾਂ ਦਾ ਪ੍ਰੋਗਰਾਮ ਬਣਾਓ, ਅੱਜ ਦਾ ਦਿਨ ਖਿੜੇ ਮੱਥੇ ਗੁਜ਼ਾਰੋ, ਅੱਜ ਸਫਲ ਕਰੋ ਤੇ ਅੱਜ ਦਾ ਕੰਮ ਮੁਕਾ ਕੇ ਨਿਸ਼ਚਿੰਤ ਹੋ ਕੇ ਸੌਂ ਜਾਓ। ਜਿਵੇਂ ਰਿੱਝਦੇ ਪਤੀਲੇ ਕੋਲ ਮੱਖੀਆਂ ਨਹੀਂ ਆਉਂਦੀਆਂ, ਚਿੰਤਾਵਾਂ ਤੁਹਾਡੇ ਨੇੜੇ ਨਹੀਂ ਆਉਣਗੀਆਂ। ਇੱਕ ਨਿਰਾਸ਼, ਉਦਾਸ, ਮਾਯੂਸ ਵਿਧਵਾ ਨੂੰ ਉਹਦੀ ਸਹੇਲੀ ਨੇ ਕਿਹਾ, ਤੂੰ ਅੱਜ ਦਾ ਦਿਨ ਖਿੜੇ ਮੱਥੇ ਗੁਜ਼ਾਰ ਲੈ, ਕੱਲ੍ਹ ਤੇਰੀ ਸਮੱਸਿਆ ਹੱਲ ਹੋ ਜਾਏਗੀ। ਕੇਵਲ ਅੱਜ ਦੇ ਦਿਨ ਨੂੰ ਸਫਲ ਕਰਨ ਲਈ ਯਤਨ ਕਰ, ਤੇਰੇ ਯਤਨਾਂ ਵਿੱਚ ਬਰਕਤ ਪਏਗੀ।
ਅੱਜ ਦੇ ਦਿਨ ਦਾ ਅਸੂਲ ਚਿੰਤਾਵਾਂ ਤੋਂ ਮੁਕਤੀ ਦਾ ਸ਼ਰਤੀਆ ਇਲਾਜ ਹੈ। ਸਾਰੀ ਮਾਨਵ ਜਾਤੀ ਦੇ ਸਾਰੇ ਯਤਨਾਂ ਦੇ ਬਾਵਜੂਦ ਲੰਘ ਗਿਆ ਕੱਲ ਵਾਪਸ ਨਹੀਂ ਲਿਆਂਦਾ ਜਾ ਸਕਦਾ। ਬਾਕੀ ਦਾ ਜੀਵਨ ਅਸੀਂ ਭਵਿੱਖ ਵਿੱਚ ਗੁਜ਼ਾਰਨਾ ਹੈ। ਸੋ ਲੰਘ ਗਏ ਕੱਲ ਨੂੰ ਪੱਕੀ ਤਰ੍ਹਾਂ ਵਿਦਾ ਕਰੋ। ਜਦੋਂ ਤੱਕ ਕੱਲ ਬਾਬਤ ਝੂਰਦੇ ਰਹੋਗੇ ਤੁਹਾਡੇ ਅੰਗਾਂ ਵਿੱਚ ਸ਼ਕਤੀ ਨਹੀਂ ਉਪਜੇਗੀ, ਮਨ ਖੜਾ ਨਹੀਂ ਹੋਏਗਾ, ਦ੍ਰਿਸ਼ਟੀ ਸਪਸ਼ਟ ਨਹੀਂ ਹੋਏਗੀ। ਮੇਰੇ ਇੱਕ ਜਾਣੂ ਹਨ ਜਿਨ੍ਹਾਂ ਦਾ ਭਾਈਵਾਲ ਉਹਨਾਂ ਨੂੰ ਧੋਖਾ ਦੇ ਗਿਆ। ਭਰਾ ਨੇ ਬੇਈਮਾਨੀ ਨਾਲ ਪਿਤਾ ਜੀ ਦੀ ਸਾਰੀ ਜਾਇਦਾਦ ਆਪਣੇ ਨਾਂ ਲਿਖਵਾ ਲਈ। ਸਰਕਾਰ ਨੇ ਬੱਸ ਅੱਡਾ ਨਵੀਂ ਥਾਂ ਬਣਾ ਦਿੱਤਾ ਤੇ ਉਹਨਾਂ ਦੇ ਹੋਟਲ ਦੇ ਗਾਹਕ ਹੀ ਮੁੱਕ ਗਏ। ਉਹ ਘਬਰਾ ਗਏ ਤੇ ਬਿਸਤਰੇ ਦੇ ਹਵਾਲੇ ਹੋ ਗਏ। ਜਦੋਂ ਇੱਕ ਹਫ਼ਤਾ ਪਏ ਰਹੇ ਤਾਂ ਗੀਤਾ ਦਾ ਸ਼ਲੋਕ ਯਾਦ ਆਇਆ ਕਿ ਕੀ ਲੈ ਕੇ ਆਇਆ ਸੀ ਜੋ ਇੰਨਾ ਵਿਰਲਾਪ ਕਰ ਰਿਹਾ, ਜੋ ਗੁਆਚਿਆ ਤੇਰਾ ਹੈ ਹੀ ਨਹੀਂ ਸੀ। ਮਨ ਤੋਂ ਬੋਝ ਉਤਰਿਆ, ਘੂਕ ਸੁੱਤਾ। ਮੰਜੇ ਨਾਲ ਨਫ਼ਰਤ ਹੋ ਗਈ। ਅੰਦਰੋਂ ਆਵਾਜ਼ ਆਈ, ਇਹ ਕੋਈ ਮਰਨ ਵਾਲੀ ਥਾਂ ਹੈ? ਮਰਨ ਦਾ ਇਹ ਕਿਹੜਾ ਢੰਗ ਹੈ? ਮਰਨ ਦੀ ਇਹ ਕੋਈ ਉਮਰ ਹੈ? ਸੁੱਤੀ ਹੋਈ ਹਿੰਮਤ ਜਾਗ ਪਈ ਤੇ ਆਪਣੇ ਆਪ ਨੂੰ ਸੁਣਾਇਆ, ਜੋ ਬੀਤਿਆ ਸੋ ਬੀਤਿਆ, ਜੋ ਹੋਵੇਗਾ ਸੋ ਵੇਖਿਆ ਜਾਏਗਾ। ਉਹਨੇ ਉਜੜੇ ਹੋਏ ਹੋਟਲ ਨੂੰ ਵਸਦੀ ਹੋਈ ਵਰਕਸ਼ਾਪ ਬਣਾ ਲਿਆ। ਅੱਜ 40 ਤੋਂ ਵੱਧ ਪਰਿਵਾਰ ਉਹਦੇ ਸ਼ਰਧਾਲੂ ਹਨ। ਜੋ ਬੀਤਿਆ ਸੋ ਬੀਤਿਆ, ਜੋ ਹੋਏਗਾ ਸੋ ਵੇਖਿਆ ਜਾਏਗਾ ਦਾ ਸਿਧਾਂਤ ਤੁਹਾਨੂੰ ਢੱਠੀ ਹੋਈ ਢੇਰੀ ਨੂੰ ਮੁੜ ਉਸਾਰਨ, ਉਜੜੇ ਹੋਏ ਖੇਤ ਨੂੰ ਮੁੜ ਵਾਹੁਣ, ਹਾਰੀ ਹੋਈ ਬਾਜ਼ੀ ਨੂੰ ਮੁੜ ਜਿੱਤਣ, ਗੁਆਚੀ ਹੋਈ ਪੌੜੀ ਨੂੰ ਮੁੜ ਲੱਭਣ ਦਾ ਅਮੁੱਕ ਸਾਹਸ ਦੇਵੇਗਾ। ਚਿੰਤਾ ਤੇ ਫਿਕਰ ਮਨੁੱਖ ਦੀ ਵਿਚਾਰ ਸ਼ਕਤੀ ਦਾ ਨਾਸ ਕਰ ਦਿੰਦੇ ਹਨ। ਚਿੰਤਾ ਦੇ ਵਾਵਰੋਲੇ 'ਚ ਘਿਰਿਆ ਮਨੁੱਖ ਕਿਸੇ ਨਤੀਜੇ ਉੱਤੇ ਨਿਸ਼ਚੇ ਨਾਲ ਨਹੀਂ ਅੱਪੜ ਸਕਦਾ। ਜਦੋਂ ਮਨੁੱਖ ਵਿੱਚ ਨਿਸ਼ਚਾ ਨਾ ਹੋਵੇ ਉਹਦੀਆਂ ਬਿਰਤੀਆਂ ਤੇ ਸ਼ਕਤੀਆਂ ਲੜਖੜਾ ਜਾਂਦੀਆਂ ਹਨ। ਧਰਤੀ ਬੜਾ ਵੱਡਾ ਸਹਾਰਾ ਹੈ ਪੈਰਾਂ ਨੂੰ ਟਿਕਾਉਣ ਦਾ, ਪਰ ਕੰਬਦੀਆਂ ਲੱਤਾਂ ਨੂੰ ਇੰਨੀ ਵੱਡੀ ਧਰਤੀ ਵੀ ਖੜਾ ਨਹੀਂ ਕਰ ਸਕਦੀ। ਭਾਣਾ ਮੰਨਣ ਦੀ ਜੁਗਤ ਇਸੇ ਸਥਿਤੀ ਵਿੱਚ ਹੀ ਕੰਮ ਆਉਂਦੀ ਹੈ। ਭਾਣਾ ਮੰਨਣ ਦਾ ਇਹ ਅਰਥ ਨਹੀਂ ਕਿ ਕੰਮ ਛੱਡ ਕੇ ਬਹਿ ਜਾਓ। ਇਹਦੇ ਅਰਥ ਇਹ ਹਨ ਕਿ ਜੋ ਹੋ ਗਿਆ ਉਹ ਸਵੀਕਾਰ ਕਰੋ ਤੇ ਅਗਲੇ ਦਾ ਯਤਨ ਕਰੋ। ਭਾਣਾ ਮੰਨਣਾ ਕੋਈ ਧਾਰਮਿਕ ਸੰਕਲਪ ਹੀ ਨਹੀਂ, ਇਹ ਇੱਕ ਮਨੋਵਿਗਿਆਨਕ ਜੁਗਤ ਵੀ ਹੈ। ਯਕੀਨ ਵਿੱਚ ਸ਼ਕਤੀ ਖਿੰਡਦੀ ਨਹੀਂ, ਯਕੀਨ ਤੇ ਯਤਨ ਨਾਲ ਸ਼ਕਤੀ ਇਕਾਗਰ ਹੁੰਦੀ ਹੈ। ਇੱਕ ਵਾਰੀ ਇੱਕ ਜੰਗਲ ਵਿੱਚ ਦੋ ਮਿੱਤਰਾਂ ਦਾ ਇੱਕ ਸ਼ੇਰ ਨਾਲ ਸਾਹਮਣਾ ਹੋ ਗਿਆ। ਇੱਕ ਨੇ ਕਿਹਾ ਮੈਂ ਤਾਂ ਭਾਣਾ ਮੰਨਾਂਗਾ, ਰੱਬ ਆਪੇ ਬਚਾਵੇਗਾ। ਦੂਜੇ ਨੇ ਕਿਹਾ ਰੱਬ ਨੇ ਲੱਤਾਂ ਦਿੱਤੀਆਂ ਹਨ, ਉਹਨਾਂ ਨੂੰ ਵਰਤ ਕੇ ਦੌੜ ਕੇ ਅਸੀਂ ਬਚ ਸਕਦੇ ਹਾਂ। ਰੱਬ ਤੋਂ ਆਪਾਂ ਕੋਈ ਵੱਡੀ ਮਦਦ ਲਵਾਂਗੇ। ਸੋਚਾਂ ਮਨੁੱਖ ਨੂੰ ਖਾ ਜਾਂਦੀਆਂ ਹਨ। ਜੇ ਮਰੀਜ਼ ਚਿੰਤਾ ਉੱਤੇ ਕਾਬੂ ਪਾਉਣਾ ਸਿੱਖ ਜਾਣ ਤਾਂ ਉਹ ਆਪੇ ਰੋਗ ਹੋ ਸਕਦੇ ਹਨ। ਕਾਲਜ ਵਿੱਚ ਮੇਰਾ ਇੱਕ ਜਮਾਤੀ ਸੀ। ਜਦੋਂ ਬਿਮਾਰ ਪੈ ਗਿਆ ਤਾਂ ਮੌਤ ਦੀ ਚਿੰਤਾ ਨੇ ਤੇ ਬਿਮਾਰੀ ਦੀਆਂ ਸੋਚਾਂ ਨੇ ਉਹਨੂੰ ਨਿਤਾਣਾ ਕਰ ਦਿੱਤਾ। ਭਾਰ ਅੱਧਾ ਰਹਿ ਗਿਆ, ਸਿਰ ਦੇ ਵਾਲ ਝੜ ਗਏ, ਸ਼ਕਲ ਡਰਾਉਣੀ ਹੋ ਗਈ। ਮਰਨਾ ਨਿਸ਼ਚਿਤ ਸੀ, ਪਰ ਉਹਦਾ ਮਨ ਮਰਨ ਦੇ ਵਿਰੁੱਧ ਸੀ। ਉਹਨੇ ਸੋਚਿਆ ਵੱਧ ਤੋਂ ਵੱਧ ਮੌਤ ਹੈ, ਮੈਨੂੰ ਮਨਜ਼ੂਰ ਹੈ, ਪਰ ਉਪਾਅ ਕਰਨ 'ਚ ਕੀ ਹਰਜ ਹੈ। ਆਪਣੇ ਠੀਕ ਹੋਣ ਲਈ ਉਹਨੇ ਇੱਕ ਤਾਰੀਖ ਮਿਥ ਲਈ। ਹਰ ਬੀਤਦੇ ਦਿਨ ਨਾਲ ਜ਼ਿੰਦਗੀ ਦੀ ਪਕੜ ਪੀਡੀ ਹੁੰਦੀ ਗਈ। ਅੱਜ ਕੱਲ੍ਹ ਉਹ ਇੱਕ ਖੁਸ਼ਹਾਲ ਦੇਸ਼ ਵਿੱਚ ਡਾਕਟਰ ਹੈ। ਜਦੋਂ ਮੈਂ ਮਕਾਨ ਪਾਉਣਾ ਆਰੰਭ ਕੀਤਾ ਤਾਂ ਮੇਰੇ ਇੱਕ ਮਿੱਤਰ ਨੇ ਸਲਾਹ ਦਿੱਤੀ ਕਿ ਆਪਣੇ ਫੇਫੜਿਆਂ ਤੇ ਜਿਗਰ ਨੂੰ ਚਿੰਤਾ ਤੋਂ ਬਾਹਰ ਰੱਖਣਾ ਤੇ ਨਿੱਕੇ ਮੋਟੇ ਨੁਕਸਾਨ ਖਿੜੇ ਮੱਤੇ ਸਹਾਰਨਾ। ਜਦੋਂ ਤੁਸੀਂ ਨੁਕਸਾਨ ਸਹਿਣ ਲਈ ਤਿਆਰ ਹੋਵੋ ਉਦੋਂ ਨੁਕਸਾਨ ਹੁੰਦਾ ਵੀ ਨਹੀਂ। ਲੋਕ ਬੜਾ ਕੁਝ ਭੈੜਾ ਤੇ ਅਣਸੁਖਾਵਾਂ ਦੱਸਦੇ ਹਨ, ਪਰ ਮਕਾਨ ਪਾਉਣ ਦਾ ਮੇਰਾ ਅਨੁਭਵ ਬੜਾ ਸੁਖਾਵਾਂ ਹੈ। ਕੰਮ ਦਾ ਰੁਝੇਵਾਂ ਕਲੇਸ਼ ਦੂਰ ਕਰਦਾ ਹੈ। ਸਿਆਣੀਆਂ ਗ੍ਰਹਿਣੀਆਂ ਕੰਮਾਂ ਨਾਲ ਵਿਆਹੀਆਂ ਹੁੰਦੀਆਂ ਹਨ। ਉਹਨਾਂ ਕੋਲ ਚਿੰਤਾ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਫਿਕਰ ਚਿੰਤਾ ਦਾ ਇਲਾਜ ਕਿਸੇ ਸ਼ੁਭ ਕੰਮ ਵਿੱਚ ਰੁਝੇਵਾਂ ਹੀ ਹੈ। ਵਿਹਲੇ ਵਿਅਕਤੀ ਭ੍ਰਿਸ਼ਟ ਹੋ ਜਾਂਦੇ ਹਨ, ਭ੍ਰਿਸ਼ਟ ਵਿਅਕਤੀ ਜਲਦੀ ਮਰ ਜਾਂਦੇ ਹਨ। ਜਿਨ੍ਹਾਂ ਦੁਕਾਨਾਂ 'ਤੇ ਗਾਹਕ ਵਧੇਰੇ ਆਉਂਦੇ ਹਨ, ਜਿਨ੍ਹਾਂ ਨੂੰ ਕੰਮ ਵਧੇਰੇ ਹੁੰਦੇ ਹਨ, ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਧੇਰੇ ਹੁੰਦੀਆਂ ਹਨ, ਉਹ ਵਧੇਰੇ ਪ੍ਰਸੰਨ ਹੁੰਦੇ ਹਨ, ਵਧੇਰੇ ਅਰੋਗ ਰਹਿੰਦੇ ਹਨ, ਲੰਮੀ ਉਮਰ ਜਿਉਂਦੇ ਹਨ। ਉਹਨਾਂ ਕੋਲ ਮਰਨ ਦੀ ਵੇਲ ਹੀ ਨਹੀਂ ਹੁੰਦੀ। ਸਾਡੀ ਚਿੰਤਾ ਦਾ ਕਾਰਨ ਬਿਪਤਾ ਨਹੀਂ ਹੁੰਦੀ। ਚਿੰਤਾ ਦਾ ਅਸਲ ਕਾਰਨ
ਹੌਸਲੇ ਦੀ ਘਾਟ ਹੁੰਦੀ। ਗੁਰੂ ਗੋਬਿੰਦ ਸਿੰਘ ਤੋਂ ਵਧੇਰੇ ਬਿਪਤਾਵਾਂ ਤਾਂ ਕਿਸੇ ਨੇ ਨਹੀਂ ਸਹਾਰੀਆਂ, ਉਹਨਾਂ ਨਾਲੋਂ ਵੱਡੇ ਘਾਟੇ ਤਾਂ ਕਿਸੇ ਨੂੰ ਨਹੀਂ ਪਏ, ਪਰ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਬਿਪਤਾ ਦੇ ਸੰਦਰਭ ਵਿੱਚ ਨਹੀਂ, ਸਗੋਂ ਜਿਉਂਦੇ ਜਾਗਦੇ ਮਗਦੇ ਹੌਸਲੇ ਦੇ ਰੌਸ਼ਨ ਮੀਨਾਰ ਵਜੋਂ ਜਾਣਦੇ ਹਾਂ। ਉਹ ਰੂਹਾਨੀ ਬਿਜਲੀ ਨਾਲ ਲਿਸ਼ਕਦੀ ਸਿਦਕ ਤੇ ਸਿਰੜਦੀ ਇੱਕ ਤਲਵਾਰ ਸਨ। ਜੇ ਹੋਰ ਪਿੱਛੇ ਚਲੇ ਜਾਈਏ ਤਾਂ ਜਿੰਨੀਆਂ ਵਧੀਕੀਆਂ ਰਾਮ ਨਾਲ ਹੋਈਆਂ ਹਨ, ਜਿੰਨੇ ਦੁੱਖ ਹਜ਼ਰਤ ਮੁਹੰਮਦ ਨੇ ਸਹੀ ਹਨ, ਜਿੰਨਾ ਤਿਆਗ ਬੁੱਧ ਨੇ ਕੀਤਾ ਹੈ, ਉਹਨਾਂ ਦੇ ਸਾਹਮਣੇ ਸਾਡੀਆਂ ਬਿਪਤਾਵਾਂ ਬੜੀਆਂ ਛੋਟੀਆਂ ਹਨ, ਬੜੀਆਂ ਨਿਗੂਣੀਆਂ ਹਨ। ਇਹਨਾਂ ਸਭਨਾਂ ਨੇ ਸਾਨੂੰ ਜੀਵਨ ਦਾ ਚਾਨਣਾ ਪੱਖ ਹੀ ਵਿਖਾਇਆ ਹੈ। ਜ਼ਿੰਦਗੀ ਦੇ ਚਾਨਣੇ ਪੱਖ ਨੂੰ ਵੇਖਣ ਵਾਲੇ ਵਿਅਕਤੀ ਖੁੱਲ੍ਹੇ ਸੁਭਾਅ ਵਾਲੇ ਤੇ ਵਿਸ਼ਾਲ ਹਿਰਦੇ ਦੇ ਮਾਲਕ ਹੁੰਦੇ ਹਨ। ਇੱਕ ਵਾਰੀ ਹਸਪਤਾਲ ਦੀ ਇੱਕ ਲਿਫਟ ਵਿੱਚ ਜਾਣਾ ਪਿਆ ਤਾਂ ਵੇਖਿਆ ਕਿ ਆਪਰੇਟਰ ਦਾ ਖੱਬਾ ਹੱਥ ਗੁੱਟ ਤੱਕ ਕੱਟਿਆ ਹੋਇਆ ਸੀ। ਮੈਂ ਉਹਨੂੰ ਪੁੱਛਿਆ, ਕਦੇ ਇੱਕ ਹੱਥ ਨਾ ਹੋਣ ਕਾਰਨ ਚਿੰਤਾ ਹੋਈ? ਉਹਨੇ ਕਿਹਾ, ਮੈਂ ਅਣਵਿਆਹਿਆ ਹਾਂ, ਇੱਕ ਵਿਧਵਾ ਲੜਕੀ ਨਾਲ ਵਿਆਹ ਦੀ ਗੱਲ ਚੱਲ ਰਹੀ ਹੈ, ਤੇ ਮੁਸਕਰਾ ਕੇ ਕਹਿਣ ਲੱਗਾ, ਸੂਈ 'ਚ ਧਾਗਾ ਪਾਉਣ ਵੇਲੇ ਦੂਜੇ ਹੱਥ ਦੀ ਲੋੜ ਪੈਂਦੀ ਹੈ। ਇਹ ਹੱਥ ਕਿਸੇ ਨੂੰ ਬਚਾਉਣ ਦੇ ਯਤਨ ਵਿੱਚ ਕੱਟ ਗਿਆ ਸੀ, ਤਾਂ ਕੀ ਹੋਇਆ ਜੇ ਮੇਰਾ ਇੱਕ ਹੱਥ ਕੱਟ ਗਿਆ ਹੈ? ਮੇਰਾ ਦੂਜਾ ਹੱਥ 3 ਹੱਥਾਂ ਜਿੰਨਾ ਕੰਮ ਕਰ ਸਕਦਾ ਹੈ। ਤਾਂ ਕੀ ਹੋਇਆ, ਉਸ ਆਪਰੇਟਰ ਦਾ ਤਕੀਆ ਕਲਾਮ ਵੀ ਸੀ ਤੇ ਉਹਦਾ ਪਿਆ ਹੋਇਆ ਨਾਂ ਵੀ ਸੀ। ਤਾਂ ਕੀ ਹੋਇਆ, ਚਿੰਤਾ ਤੋਂ ਮੁਕਤ ਹੋਣ ਦਾ ਇੱਕ ਸੁਨਹਿਰੀ ਅਸੂਲ ਵੀ ਹੈ। ਜੀਵਨ ਅੱਗੇ ਹੀ ਬਹੁਤ ਛੋਟਾ ਹੈ, ਇਸ ਨੂੰ ਚਿੰਤਾਵਾਂ ਨਾਲ ਹੋਰ ਛੋਟਾ ਨਹੀਂ ਕਰਨਾ ਚਾਹੀਦਾ। ਜੀਵਨ ਦੁੱਖ ਸੁੱਖ ਅਤੇ ਚਿੰਤਾਵਾਂ ਦਾ ਚੱਲਦਾ ਪ੍ਰਵਾਹ ਹੈ। ਅਸੀਂ ਅਕਸਰ ਉਹਨਾਂ ਗੱਲਾਂ ਦੀ ਚਿੰਤਾ ਕਰਦੇ ਹਾਂ ਜਿਹੜੀਆਂ ਅਗਲੇ ਮਹੀਨੇ ਯਾਦ ਵੀ ਨਹੀਂ ਰਹਿੰਦੀਆਂ। ਜ਼ਿੰਦਗੀ ਦੇ ਨਿੱਕੇ ਨਿੱਕੇ ਹਾਦਸਿਆਂ ਉੱਤੇ ਭਰਵੀਂ ਨਜ਼ਰ ਮਾਰ ਕੇ ਤਾਂ ਕੀ ਹੋਇਆ ਦੇ ਅਸੂਲ ਨਾਲ ਅੱਗੇ ਲੰਘ ਜਾਣਾ ਚਾਹੀਦਾ ਹੈ ਅਤੇ ਆਪਣੀ ਚਿੰਤਾ ਤੇ ਡਰ ਤੋਂ ਮੁਕਤ ਹੋ ਜਾਣਾ ਹੀ ਸਹੀ ਨੀਤੀ ਹੈ। ਅਸੀਂ ਅਕਸਰ ਭੈੜੇ ਭੈੜੇ ਖਿਆਲਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਜਦੋਂ ਟੈਲੀਫੋਨ ਬੇਵਕਤ ਵੱਜਦਾ ਤਾਂ ਲੱਗਦਾ ਕੋਈ ਹਾਦਸਾ ਹੋ ਗਿਆ ਹੋਵੇਗਾ। ਜਦੋਂ ਕਿਸੇ ਦੇ ਆਉਣ ਵਿੱਚ ਦੇਰ ਹੋ ਜਾਏ ਤਾਂ ਖਿਆਲ ਆਉਂਦਾ ਕੋਈ ਦੁਰਘਟਨਾ ਵਾਪਰ ਗਈ ਹੋਏਗੀ। ਵਿਹਲਾ ਮਨ ਭੈੜੀਆਂ ਭੈੜੀਆਂ ਗੱਲਾਂ ਸੋਚਦਾ ਹੈ। ਜਹਾਜ਼ ਗੱਡੀ ਆਦਿ ਦੀ ਦੁਰਘਟਨਾ ਹੋ ਜਾਣ ਦਾ ਡਰ ਆਮ ਚਿੰਤਾ ਦੀ ਵੰਨਗੀ ਹੈ। ਅਜਿਹੀ ਸਥਿਤੀ ਵਿੱਚ ਔਸਤ ਸਿਧਾਂਤ ਸਹਾਇਕ ਸਿੱਧ ਹੋ ਸਕਦਾ ਹੈ। ਬੀਮਾ ਕੰਪਨੀਆਂ ਜਾਣਦੀਆਂ ਹਨ ਕਿ ਲੋਕਾਂ ਨੂੰ ਮਰਨ ਦਾ ਡਰ ਜਾਂ ਚਿੰਤਾ ਹੁੰਦੀ ਹੈ, ਪਰ ਮਰਦੇ ਬਹੁਤ ਘੱਟ ਲੋਕ ਹਨ। ਇੱਕ ਇਸਤਰੀ ਜਦੋਂ ਬਾਜ਼ਾਰ ਗਈ ਤਾਂ ਉਹਨੂੰ ਚਿੰਤਾ ਲੱਗ ਗਈ ਕਿ ਉਹ ਸ਼ਾਇਦ ਗੈਸ ਜਲਦੀ ਛੱਡ ਆਈ ਹੈ। ਅੱਗ ਲੱਗ ਗਈ ਹੋਏਗੀ, ਮਕਾਨ ਸੜ ਗਿਆ ਹੋਏਗਾ, ਬੱਚੇ ਮਰ ਗਏ ਹੋਣਗੇ। ਉਹਦੀ ਸਹੇਲੀ ਨੇ ਦੱਸਿਆ ਕਿ ਔਸਤ ਦੇ ਸਿਧਾਂਤ ਅਨੁਸਾਰ ਸਾਰੇ ਦੁੱਖ ਇੱਕਦਮ ਨਹੀਂ ਵਾਪਰਦੇ। ਪਿਛਲੇ 10 ਸਾਲਾਂ ਵਿੱਚ ਹਰ ਸਾਲ ਔਸਤ ਕਿੰਨੇ ਮਕਾਨਾਂ ਨੂੰ ਅੱਗ ਲੱਗੀ ਹੈ? ਔਸਤ ਦੇ ਸਿਧਾਂਤ ਅਨੁਸਾਰ ਨੁਕਸਾਨ ਓਨਾ ਨਹੀਂ ਹੁੰਦਾ ਜਿੰਨੀ ਅਸੀਂ ਚਿੰਤਾ ਕਰਨ ਲੱਗ ਪੈਂਦੇ ਹਾਂ। ਇੱਕ ਟਰੱਕਾਂ ਦੀ ਕੰਪਨੀ ਦੇ ਮਾਲਕ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਉਹਦਾ ਟਰੱਕ ਨਹਿਰ ਵਿੱਚ ਡਿੱਗ ਪਿਆ ਹੋਏਗਾ, ਪੁਲ ਤੋਂ ਲੰਘਣ ਵੇਲੇ ਪੁਲ ਬਹਿ ਗਿਆ ਹੋਏਗਾ, ਟਰੱਕ ਲੁੱਟ ਲਿਆ ਗਿਆ ਹੋਏਗਾ। ਉਸਨੂੰ ਕਿਸੇ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਕੇਵਲ 5 ਟਰੱਕਾਂ ਦੇ ਮਾਲ ਦਾ ਨੁਕਸਾਨ ਹੋਇਆ। ਔਸਤ ਦੇ ਸਿਧਾਂਤ ਨਾਲ 2 ਸਾਲਾਂ 'ਚ ਇੱਕ ਟਰੱਕ ਦਾ ਨੁਕਸਾਨ ਬਣਦਾ ਹੈ। ਇਹ ਨੁਕਸਾਨ ਚਿੰਤਾ ਦਾ ਕਾਰਨ ਨਹੀਂ ਬਣਨਾ ਚਾਹੀਦਾ। ਹੋਰ ਤਾਂ ਹੋਰ ਇਹਨਾਂ ਵਿੱਚੋਂ ਇੱਕ ਵੀ ਟਰੱਕ ਉਸ ਮਾਲਕ ਦਾ ਨਹੀਂ ਸੀ। ਕਈ ਲੋਕਾਂ ਨੂੰ ਬੂਰੇ ਉੱਤੇ ਆਰਾ ਚਲਾਉਣ ਦੀ ਆਦਤ ਹੁੰਦੀ ਹੈ। ਉਹ ਪੌੜੀ ਨੂੰ ਡਿੱਗ ਪੈਣ ਦੀ ਦ੍ਰਿਸ਼ਟੀ ਨਾਲ ਹੀ ਵੇਖਦੇ ਹਨ। ਉਹਨਾਂ ਦੀ ਕਲਪਨਾ ਵਿੱਚ ਕਈ ਹਾਦਸੇ ਵਾਪਰਦੇ ਹਨ। ਸਾਡੀ ਸੋਚ ਤੇ ਸਾਡੀ ਕਲਪਨਾ ਹੀ ਸਾਡਾ ਅਸਲ ਜੀਵਨ ਹਨ। ਕੇਵਲ ਸੋਚਾਂ ਦੀ ਬਦਲੀ ਨਾਲ ਅਸੀਂ ਆਪਣੇ ਜੀਵਨ ਨੂੰ ਨਵੀਂ ਨੁਹਾਰ ਦੇ ਸਕਦੇ ਹਾਂ। ਸਾਡੀ ਸੋਚ ਹੀ ਸਾਨੂੰ ਪਰੇਸ਼ਾਨ ਕਰਦੀ ਹੈ, ਪਰ ਇਹ ਸੋਚ ਹੀ ਸਾਨੂੰ ਸ਼ਕਤੀਸ਼ਾਲੀ ਵੀ ਬਣਾ ਸਕਦੀ ਹੈ। ਜੇ ਤੁਸੀਂ ਸੋਚੋ, ਅੱਜ ਦਾ ਪ੍ਰੋਗਰਾਮ ਅੱਜ ਹੀ ਨੇਪਰੇ ਚਾੜਾਂਗੇ, ਆਪਣੇ ਮਨ 'ਤੇ ਕਾਬੂ ਰੱਖਾਂਗੇ, ਕਿਸੇ ਦੇ ਕੰਮ ਆਉਣ ਦਾ ਯਤਨ ਕਰਾਂਗੇ, ਮੈਂ ਉੱਚਾ ਸੋਚ ਕੇ ਤੇ ਮਿੱਠਾ ਬੋਲ ਕੇ ਆਪਣੀ ਸ਼ਕਤੀ ਵਧਾਵਾਂਗਾ ਤੇ ਦੂਜੇ ਦੇ ਗੁਣ ਹੀ ਦੇਖਾਂਗਾ, ਤਾਂ ਤੁਹਾਡੇ ਵਿੱਚ ਜੋਸ਼ ਤੇ ਉਤਸ਼ਾਹ ਦੇ ਨਵੇਂ ਫੁਹਾਰੇ ਫੁੱਟਣਗੇ। ਜੇਕਰ ਅਸੀਂ ਆਪਣੇ ਆਪ ਤੱਕ ਸੁੰਗੜੇ ਰਹਾਂਗੇ ਤਾਂ ਲੋਕਾਂ ਦਾ ਧਿਆਨ ਸਾਡੀਆਂ ਘਾਟਾਂ ਵੱਲ ਹੀ ਜਾਏਗਾ। ਜੇ ਅਸੀਂ ਦੂਜਿਆਂ ਦੇ ਸਹਿਯੋਗੀ ਬਣਾਂਗੇ ਤਾਂ ਨਾ ਕੇਵਲ ਸਾਡੀਆਂ ਚਿੰਤਾਵਾਂ ਅਤੇ ਘਾਟਾਂ ਲੋਪ ਹੋ ਜਾਣਗੀਆਂ, ਸਗੋਂ ਸਾਡੀਆਂ ਬਾਹਾਂ ਹੋਰ ਲੰਮੀਆਂ ਹੋ ਜਾਣਗੀਆਂ
ਤੇ ਸੰਭਾਵਨਾਵਾਂ ਦੇ ਬੁਲੰਦ ਦਰਵਾਜ਼ੇ ਖੁੱਲ੍ਹ ਜਾਣਗੇ। ਸਾਡੇ ਅੰਦਰੋਂ ਆਵਾਜ਼ ਆਏਗੀ, ਉੱਚਾ ਲੰਮਾ ਦਿਆਰ ਦਾ ਦਰਖਤ ਨਹੀਂ ਹੋ ਸਕਦਾ ਤਾਂ ਫਲਦਾਰ ਬਿਰਖ ਹੋ ਜਾ। ਜੇ ਵੀ ਨਹੀਂ ਹੋ ਸਕਦਾ ਤਾਂ ਫੁੱਲਦਾਰ ਝਾੜੀ ਹੋ ਜਾ। ਜੇ ਵੀ ਨਹੀਂ ਹੋ ਸਕਦਾ ਤਾਂ ਕਿੱਕਰ ਦੀ ਦਾਤਣੀ ਬਣ ਜਾ। ਚਿੰਤਾ ਤੋਂ ਛੁਟਕਾਰਾ ਪਾਉਣ ਲਈ ਕੁਝ ਬਣਨਾ ਪਏਗਾ, ਕੁਝ ਕਰਨਾ ਪਏਗਾ, ਕਿਸੇ ਲੰਮੀ ਯਾਤਰਾ 'ਤੇ ਨਿਕਲਣਾ ਪਵੇਗਾ। ਧੰਨਵਾਦ।